ਵੈਲਕਮ ਦੋਸਤੋ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਪਸੰਦੀਦਾ ਚੈਨਲ ਪੋਜ਼ਿਟਿਵ ਵਾਈਬਸ ਪੰਜਾਬ ਦੇ ਉੱਪਰ। ਸੋ ਦੋਸਤੋ, ਅੱਜ ਆਪਾਂ ਪੋਲਿਟੀ ਦੀ ਸੀਰੀਜ਼ ਦੇ ਵਿੱਚ ਜੋ ਨੈਕਸਟ ਟੌਪਿਕ ਡਿਸਕਸ ਕਰਨ ਲੱਗੇ ਹਾਂ ਉਹ ਆਪਣਾ ਸੇਮ ਹੀ ਟੌਪਿਕ ਹੈ, ਫੰਡਾਮੈਂਟਲ ਰਾਈਟਸ। ਕਿਉਂਕਿ ਆਲਰੇਡੀ ਆਪਾਂ 3 ਫੰਡਾਮੈਂਟਲ ਰਾਈਟਸ ਆਪਾਂ ਡਿਸਕਸ ਕਰ ਚੁੱਕੇ ਹਾਂ। ਐਜ਼ ਯੂ ਨੋ ਕਿ ਰਾਈਟ ਨਾਓ ਵੀ ਹੈਵ 6 ਫੰਡਾਮੈਂਟਲ ਰਾਈਟਸ, ਜਿਸ ਦੇ ਵਿੱਚੋਂ 3 ਪਹਿਲਾਂ ਹੋ ਗਏ ਹੈ, 2 ਆਪਾਂ ਅੱਜ ਕਰ ਲੈਣੇ ਹੈ। ਸੋ ਅੱਜ ਵਾਲੇ ਜੋ ਆਪਾਂ ਫੰਡਾਮੈਂਟਲ ਰਾਈਟਸ ਡਿਸਕਸ ਕਰਨੇ ਹੈ ਉਹ ਹੈਲਪ ਵਿਦ ਦ ਹੈਲਪ ਆਫ ਆਰਟੀਕਲ 25 ਤੋਂ ਆਰਟੀਕਲ 30। ਔਰ ਦੂਸਰਾ ਦੋਸਤੋ, ਅਗਰ ਤੁਹਾਡੀ ਕੋਈ ਕੁਐਰੀ ਹੈ ਜਾਂ ਤੁਹਾਡੀ ਕੋਈ ਸੁਜੈਸ਼ਨ ਹੈ ਤਾਂ ਤੁਸੀਂ ਮੈਨੂੰ WhatsApp ਕਰ ਸਕਦੇ ਹੋ ਇਸ ਨੰਬਰ ਦੇ ਉੱਪਰ। ਸੋ ਲੈਟਸ ਸਟਾਰਟ ਦਾ ਵੀਡੀਓ। ਤੁਹਾਨੂੰ ਪਤਾ ਕਿ ਪਹਿਲੇ ਆਪਣੇ ਕੋਲ ਕਿੰਨੇ ਹੈ, 6 ਫੰਡਾਮੈਂਟਲ ਰਾਈਟਸ ਐਟ ਪ੍ਰੈਜ਼ੈਂਟ। ਆਲਰੇਡੀ ਪਹਿਲੇ ਆਪਣੇ ਕੋਲ ਕਿੰਨੇ ਸੀਗੇ ਸਟਾਰਟਿੰਗ ਦੇ ਵਿੱਚ? 7 ਸੀਗੇ। 7 ਦੇ ਵਿੱਚੋਂ ਇੱਕ ਆਪਾਂ ਮਾਈਨਸ ਕਰਤਾ, ਰਾਈਟ ਟੂ ਪ੍ਰਾਪਰਟੀ, ਔਰ ਐਟ ਪ੍ਰੈਜ਼ੈਂਟ ਵੀ ਹੈਵ 6 ਫੰਡਾਮੈਂਟਲ ਰਾਈਟਸ। ਔਰ 6 ਦੀ 6 ਇਹ ਤੁਹਾਡੇ ਕੋਲ ਕੀ ਹੈ, ਲਿਸਟ ਗਿਵਨ ਹੈ। ਅਪ ਟੂ 24 ਆਰਟੀਕਲ ਆਪਾਂ ਡਿਸਕਸ ਕਰ ਲਿਆ। ਮੀਨਸ ਵੀ ਹੈਵ ਡਿਸਕਸਡ ਰਾਈਟ ਟੂ ਇਕੁਐਲਿਟੀ, ਰਾਈਟ ਟੂ ਫਰੀडम ਐਂਡ ਰਾਈਟ ਅਗੇਂਸਟ ਐਕਸਪਲੋਇਟੇਸ਼ਨ। ਔਰ ਜੋ ਅੱਜ ਵਾਲਾ ਵੀਡੀਓ ਹੈ, ਅੱਜ ਵਾਲਾ ਲੈਕਚਰ ਹੈ, ਇਸ ਦੇ ਵਿੱਚ ਆਪਾਂ ਆਰਟੀਕਲ 25 ਤੋਂ ਲੈ ਕੇ ਆਰਟੀਕਲ 30 ਤੱਕ ਡਿਸਕਸ ਕਰਾਂਗੇ, ਜਿਸ ਦੇ ਵਿੱਚ 2 ਹੋਰ ਫੰਡਾਮੈਂਟਲ ਰਾਈਟਸ ਨੂੰ ਆਪਾਂ ਕਵਰ ਕਰ ਲਾਂਗੇ, ਰਾਈਟ ਟੂ ਫਰੀडम ਆਫ ਰਿਲੀਜਨ ਐਂਡ ਐਜੂਕੇਸ਼ਨਲ ਐਂਡ ਕਲਚਰਲ ਰਾਈਟਸ। ਸੋ ਲੈਟਸ ਸਟਾਰਟ ਦਾ ਵੀਡੀਓ। ਪਹਿਲਾ ਕੀ ਹੈ ਕਿ ਰਾਈਟ ਟੂ ਫਰੀडम ਆਫ ਰਿਲੀਜਨ ਦੇ ਅੰਡਰ ਜੋ ਪਹਿਲਾ ਆਰਟੀਕਲ ਆਉਂਦਾ ਹੈ, ਆਰਟੀਕਲ ਆਪਣੇ ਕੋਲ ਕੀ ਹੈ, ਆਰਟੀਕਲ 25। ਇਹ ਕੀ ਕਹਿੰਦਾ ਹੈ ਕਿ ਫਰੀडम ਆਫ ਕੌਨਸ਼ੀਅੰਸ ਐਂਡ ਫ੍ਰੀ ਪ੍ਰੋਫੈਸ਼ਨ, ਫਰੀडम ਆਫ ਪ੍ਰੈਕਟਿਸ ਐਂਡ ਫਰੀडम ਆਫ ਪ੍ਰੋਪਗੇਸ਼ਨ ਆਫ ਰਿਲੀਜਨ। ਕਿ ਆਪਾਂ ਨੂੰ ਇਸ ਚੀਜ਼ ਦੀ ਆਜ਼ਾਦੀ ਹੈ ਕਿ ਜੋ ਤੁਹਾਡੀ ਆਤਮਾ ਗੀ ਅੰਦਰ ਆਤਮਾ, ਅੰਤਰ ਆਤਮਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹਦਾ ਕੀ ਹੈ ਕਿ ਤੁਹਾਡੀ ਜਿਸ ਚੀਜ਼ ਨਾਲ ਤੁਹਾਨੂੰ ਸੈਟਿਸਫੈਕਸ਼ਨ ਮਿਲਦੀ ਹੈ ਉਸ ਚੀਜ਼ ਨੂੰ ਤੁਸੀਂ ਅਪਲਾਈ ਕਰ ਸਕਦੇ ਹੋ ਰਿਲੀਜਨ ਦੇ ਬੇਸਡ। ਮੀਨਸ ਕੀ ਹੈ, ਅਗਰ ਕਿਸੇ ਨੂੰ ਮੰਦਿਰ ਜਾ ਕੇ ਖੁਸ਼ੀ ਮਿਲਦੀ ਹੈ, ਉਹਨੂੰ ਲੱਗਦਾ ਕਿ ਕੋਈ ਮੂਰਤੀ ਪੂਜਾ ਕਰਕੇ ਰੱਬ ਦੇ ਨਾਲ ਕਨੈਕਟਡ ਹੈ, ਤਾਂ ਹੀ ਇਜ਼ ਫ੍ਰੀ ਟੂ ਹੈ ਨਾ ਮੂਰਤੀ ਪੂਜਾ ਕਰ ਸਕਦਾ ਹੈ। ਸਿਮਿਲਰਲੀ ਅਗਰ ਕਿਸੇ ਨੂੰ ਗੁਰਦੁਆਰਾ ਜਾ ਕੇ ਲੱਗਦਾ ਕਿ ਕੀਰਤਨ ਸੁਣ ਕੇ ਮੈਨੂੰ ਜਿਹੜੀ ਹੈਗੀ ਹੈ, ਮੈਨੂੰ ਲੱਗਦਾ ਕਿ ਮੈਂ ਰੱਬ ਦੇ ਨਾਲ ਜੁੜੇ ਹੋਏ ਹੈਗੇ, ਤਾਂ ਉਹਦੀ ਫਰੀडम ਹੈ ਨਾ, ਉਹਦੀ ਆਪਣੀ ਕੌਨਸ਼ੀਅੰਸ ਹੈ। ਸਿਮਿਲਰਲੀ ਅਗਰ ਕਿਸੇ ਨੂੰ ਲੱਗਦਾ ਹੈ ਕਿ ਮੈਂ ਜਿਹੜਾ ਹੈਗਾ ਘਰੇ ਆਪਣੇ ਪਾਠ ਪੂਜਾ ਕਰਵਾ ਕੇ ਮੈਨੂੰ ਲੱਗਦਾ ਕਿ ਮੈਂ ਰੱਬ ਦੇ ਨਾਲ ਜੁੜਿਆ ਹੋਇਆ ਹੈਗਾ। ਸੋ ਇਹ ਅਲਟੀਮੇਟਲੀ ਤੁਹਾਡਾ ਆਪਣਾ ਡਿਸੀਜਨ ਹੈ ਕਿ ਜਿਸ ਤਰ੍ਹਾਂ ਤੁਹਾਨੂੰ ਸੈਟਿਸਫੈਕਸ਼ਨ ਮਿਲਦੀ ਹੈ ਇੱਕ ਧਰਮ ਦੇ ਰਿਗਾਰਡਿੰਗ, ਹੈ ਨਾ, ਉਹਨੂੰ ਕਿਵੇਂ ਤੁਸੀਂ ਉਸ ਚੀਜ਼ ਨੂੰ ਪ੍ਰੈਕਟਿਸ ਕਰਨਾ ਹੈ, ਤੇ ਇਹ ਤੁਹਾਡੀ ਆਪਣੀ ਫਰੀडम ਹੋਏਗੀ। ਇਹਨੂੰ ਆਪਾਂ ਬੋਲਦੇ ਕੀ ਹੈ, ਫਰੀडम ਆਫ ਕੌਨਸ਼ੀਅੰਸ। ਔਰ ਦੂਸਰਾ ਆਪਣੇ ਕੋਲ ਕੀ ਹੈ, ਫਰੀडम ਆਫ ਪ੍ਰੋਫੈਸ ਦਾ ਮਤਲਬ ਕੀ ਹੈ, ਜੋ ਅਗਰ ਤੁਸੀਂ ਜਿਸ ਧਰਮ ਨੂੰ ਮੰਨਦੇ ਹੋ, ਸਪੋਜ਼ ਤੁਸੀਂ ਸਿੱਖ ਧਰਮ ਨੂੰ ਮੰਨਦੇ ਹੋ, ਤਾਂ ਤੁਸੀਂ ਬੋਲ ਕੇ ਕਹਿ ਸਕਦੇ ਹੋ ਜੀ ਸਿੱਖ ਧਰਮ ਦੇ ਵਿੱਚ ਇਹ ਜਿਹੜੀ ਹੈਗੀਆਂ ਚੰਗੀਆਂ ਗੱਲਾਂ ਨੇ, ਇਸ ਲਈ ਮੈਂ ਸਿੱਖ ਧਰਮ ਨੂੰ ਮੰਨਦਾ ਗਾ। ਦੂਸਰਾ ਕੀ ਹੈ, ਕੋਈ ਹਿੰਦੂ ਧਰਮ ਨੂੰ ਮੰਨਦਾ ਗਾ, ਤਾਂ ਉਹ ਕਹਿ ਸਕਦਾ ਜੀ ਹਿੰਦੂ ਧਰਮ ਦੀ ਇਹ ਵਾਲੀਆਂ ਚੰਗੀਆਂ ਗੱਲਾਂ ਨੇ, ਇਸ ਲਈ ਮੈਂ ਹਿੰਦੂ ਧਰਮ ਨੂੰ ਮੰਨਦਾ ਗਾ। ਅਗਰ ਕਿਸੇ ਨੂੰ ਕੋਈ ਵੀ ਧਰਮ ਅੱਛਾ ਨਹੀਂ ਲੱਗਦਾ ਤਾਂ ਉਸ ਨੂੰ ਵੀ ਇਸ ਚੀਜ਼ ਦੀ ਦੋਸਤੋ ਆਜ਼ਾਦੀ ਹੈ ਕਿ ਉਹ ਕਹਿ ਸਕਦਾ ਕਿ ਜੀ ਮੈਨੂੰ ਤਾਂ ਕੋਈ ਧਰਮ ਅੱਛਾ ਨਹੀਂ ਲੱਗਦਾ, ਇਸ ਲਈ ਮੈਂ ਕਿਸੇ ਵੀ ਧਰਮ ਨੂੰ ਨਹੀਂ ਮੰਨਦਾ। ਤੇ ਇਟ ਮੀਨਸ ਕੀ ਹੈ, ਇਹ ਵੀ ਤੁਹਾਨੂੰ ਜਿਹੜੀ ਫਰੀडम ਮਿਲਦੀ ਹੈ ਇਹ ਅੰਡਰ ਆਰਟੀਕਲ 25 ਮਿਲਦੀ ਹੈ। ਉਸ ਤੋਂ ਬਾਅਦ ਕੀ ਹੈ, ਇਸ ਚੀਜ਼ ਦੀ ਆਪਾਂ ਪ੍ਰੈਕਟਿਸ ਕਰਨੀ। ਪ੍ਰੈਕਟਿਸ ਇਨ ਦਾ ਸੈਂਸ ਕੀ ਹੈ ਕਿ ਆਪਾਂ ਇਸ ਚੀਜ਼ ਨੂੰ ਡੇਲੀ ਬੇਸਿਸ ਤੇ ਜੋ ਆਪਾਂ ਯੂਜ਼ ਕਰਦੇ ਹਾਂ ਉਹਦੇ 'ਚ ਕੀ ਹੋਏਗਾ ਕਿ ਫੋਰ ਐਗਜ਼ਾਮਪਲ ਤੁਹਾਨੂੰ ਜਿਹੜਾ ਲੱਗਦਾ ਹੈਗਾ ਕਿ ਸਿੱਖ ਧਰਮ ਨੂੰ ਮੰਨਦੇ ਆ, ਤਾਂ ਸਿੱਖ ਧਰਮ ਵਾਲੇ ਕੀ ਹੈ, ਉਹ ਆਪਣਾ ਪਾਠ ਕਰ ਰਹੇ ਆ, ਹੈ ਨਾ, ਸਪੀਕਰ ਦੇ ਵਿੱਚ ਪਾਠ ਹੋ ਰਿਹਾ ਹੈਗਾ। ਬਟ ਇਸ ਦੇ ਵਿੱਚ ਕੀ ਕੰਡੀਸ਼ਨ ਕੀ ਹੈ ਕਿ ਜੋ ਗੁਰਦੁਆਰਾ ਸਾਹਿਬ ਦੇ ਵਿੱਚ ਪਾਠ ਹੋ ਰਿਹਾ ਹੈਗਾ, ਅਗਰ ਉਸ ਪਾਠ ਕਰਨ ਦੇ ਨਾਲ ਜਿਹੜੇ ਸਪੀਕਰ ਦੀ ਆਵਾਜ਼ ਦੇ ਨਾਲ ਕਿਸੇ ਬੱਚੇ ਦੀ ਪੜ੍ਹਾਈ ਡਿਸਟਰਬ ਹੋ ਰਹੀ ਹੈ, ਕੋਈ ਇਹੋ ਜਿਹੀ ਕੰਪਲੇਂਟ ਆਉਂਦੀ ਹੈ, ਜਾਂ ਉਸ ਦੇ ਸਪੀਕਰ ਦੀ ਆਵਾਜ਼ ਇੰਨੀ ਜ਼ਿਆਦਾ ਹੈ ਕਿਸੇ ਬਜ਼ੁਰਗ ਨੂੰ ਕੋਈ ਦਿੱਕਤ ਹੋ ਰਹੀ ਹੈ, ਤਾਂ ਇਨ ਦੈਟ ਕੇਸ ਜਿਹੜਾ ਤੁਹਾਡੇ ਕੋਲ ਜਿਹੜਾ ਐਗਜ਼ੀਕਿਊਟਿਵ ਮੈਜਿਸਟ੍ਰੇਟ ਹੈ ਜਾਂ ਜੁਡੀਸ਼ਰੀ ਹੈ ਉਹ ਇੰਟਰਫੇਅਰ ਕਰੇਗੀ, ਤਾਂ ਤੁਹਾਨੂੰ ਉਸ ਟਾਈਮ ਦੇ ਵਿੱਚ ਉਹ ਰੋਕ ਸਕਦੀ ਹੈ ਉਸ ਗਿਵਨ ਪੀਰੀਅਡ ਦੇ ਲਈ, ਹੈ ਨਾ। ਤਾਂ ਅਦਰਵਾਈਜ਼ ਅਗਰ ਤੁਸੀਂ ਉਸਨੂੰ ਪ੍ਰੈਕਟਿਸ ਕਰਨਾ ਹੈਗਾ, ਇਹ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਕਿ ਉਸ ਚੀਜ਼ ਨੂੰ ਕੋਈ ਜਗਰਾਤਾ ਕਰਵਾ ਰਿਹਾ ਹੈਗਾ, ਕੋਈ ਪਾਠ ਕਰਵਾ ਰਿਹਾ ਹੈਗਾ, ਤੇ ਇਸ ਚੀਜ਼ ਦੀ ਤੁਹਾਨੂੰ ਫੁੱਲ ਲਿਬਰਟੀ ਹੈ। ਔਰ ਲਿਬਰਟੀ ਕਿਸ ਆਰਟੀਕਲ ਦੇ ਅੰਡਰ ਹੈ, ਆਰਟੀਕਲ 25 ਦੇ ਅੰਦਰ। ਔਰ ਪ੍ਰੋਪੋਗੇਟ ਦਾ ਰਿਲੀਜਨ, ਫਰੀडम ਟੂ ਪ੍ਰੋਪੋਗੇਟ ਦਾ ਰਿਲੀਜਨ ਮਤਲਬ ਕੀ ਹੈ ਕਿ ਤੁਸੀਂ ਆਪਣੇ ਧਰਮ ਦਾ ਪ੍ਰਚਾਰ ਕਰ ਰਹੇ ਹੋ, ਤੁਸੀਂ ਲੋਕਾਂ ਨੂੰ ਦੱਸ ਰਹੇ ਹੋ ਕਿ ਜਿਹੜਾ ਸਿੱਖ ਧਰਮ ਦੇ ਵਿੱਚ ਇਹ ਖੂਬੀਆਂ ਨੇ, ਹਿੰਦੂ ਧਰਮ ਦੇ ਵਿੱਚ ਇਹ ਜਿਹੜੇ ਹੈਗੇ ਚੰਗੀਆਂ ਗੱਲਾਂ ਨੇ। ਉਸ ਦੇ ਬੇਸਿਸ 'ਤੇ ਅਗਰ ਕਿਸੇ ਨੇ ਜੁਆਇਨ ਕਰਨਾ ਹੈਗਾ, ਉਹਨਾਂ ਨੂੰ ਸਿਰਫ ਤੁਸੀਂ ਕਨਵਿੰਸ ਕਰਨਾ ਹੈਗਾ ਕਿ ਸਿੱਖ ਧਰਮ ਦੀਆਂ ਇਹ ਚੰਗੀਆਂ ਗੱਲਾਂ ਨੇ, ਤਾਂ ਤੁਸੀਂ ਸਿੱਖ ਧਰਮ ਨੂੰ ਜੁਆਇਨ ਕਰ ਸਕਦੇ ਹੋ। ਹਿੰਦੂ ਧਰਮ ਦੀਆਂ ਇਹ ਅੱਛੀਆਂ ਗੱਲਾਂ ਨੇ, ਤੁਸੀਂ ਹਿੰਦੂ ਧਰਮ ਨੂੰ ਜੁਆਇਨ ਕਰ ਸਕਦੇ ਹੋ। ਬਟ ਅਗਰ ਤੁਸੀਂ ਕਹੋਗੇ ਕਿਸੇ ਨੂੰ ਫੋਰਸਫੁਲੀ ਕੋਈ ਧਰਮ ਨੂੰ ਜੁਆਇਨ ਕਰਵਾਉਣਾ ਹੈ, ਤਾਂ ਉਹ ਤੁਹਾਡਾ ਕੀ ਹੋਏਗਾ, ਉਹ ਇਲੀਗਲ ਹੋਏਗਾ। ਸਿਮਿਲਰਲੀ ਦੋਸਤੋ, ਅਗਰ ਤੁਸੀਂ ਕਿਸੇ ਨੂੰ ਕੋਈ ਲਾਲਚ ਦੇ ਕੇ ਕੋਈ ਧਰਮ ਨੂੰ ਜੁਆਇਨ ਕਰਵਾ ਰਹੇ ਹੋ, ਤਾਂ ਉਹ ਵੀ ਤੁਹਾਡੇ ਕੋਲ ਕੀ ਹੋਏਗਾ, ਉਹ ਵੀ ਇਲੀਗਲ ਹੋਏਗਾ। ਉਸ ਕੇਸ ਦੇ ਵਿੱਚ ਜਿਹੜਾ ਹੈਗਾ ਸਟੇਟ ਤੁਹਾਡੇ ਜਿਹੜਾ ਹੈਗਾ ਕੰਮ ਦੇ ਵਿੱਚ ਉਹ
ਇੰਟਰਫੇਅਰ ਕਰੇਗਾ। ਹੁਣ ਇਹਦੇ ਵਿੱਚ ਆਰਟੀਕਲ 25 ਦੇ ਵਿੱਚ ਦੇਖੋ ਸਟੇਟ ਦਾ ਕੀ ਰੋਲ ਹੈ। ਸਟੇਟ ਦਾ ਕੀ ਹੈ, ਸਟੇਟ ਨੇ ਅਦਰਵਾਈਜ਼ ਆਪਾਂ ਸਟਾਰਟਿੰਗ ਦੇ ਵਿੱਚ ਪ੍ਰੇਮਬਲ ਦੇ ਵਿੱਚ ਵੀ ਪੜ੍ਹਿਆ ਹੈਗਾ ਕਿ ਜਿਹੜਾ ਆਪਾਂ ਨੇ ਆਪਣੀ ਜਿਹੜੀ ਸਟੇਟ ਆਊਗੀ ਹੈ ਸੈਕੂਲਰ ਹੈ। ਸੈਕੂਲਰ ਦਾ ਮਤਲਬ ਕੀ ਹੈ ਕਿ ਸਾਡਾ ਕੋਈ ਆਪਣਾ ਧਰਮ ਨਹੀਂ ਹੈ, ਬਟ ਇਹਦਾ ਮਤਲਬ ਇਹ ਨਹੀਂ ਹੈ ਕਿ ਅਗਰ ਸਾਡਾ ਕੋਈ ਧਰਮ ਨਹੀਂ ਹੈ ਤਾਂ ਆਪਣੇ ਕੋਲ ਇਸ ਚੀਜ਼ ਦੇ ਕੋਈ ਰਾਈਟ ਹੀ ਨਹੀਂ ਹੈ ਕਿ ਜਿਹੜੀ ਸਟੇਟ ਆ ਉਹ ਇੰਟਰਫੇਅਰ ਨਹੀਂ ਕਰ ਸਕਦੀ। ਤਾਂ ਸਟੇਟ ਇੰਟਰਫੇਅਰ ਕਰ ਸਕਦੀ ਹੈ, ਪਰ ਸਟੇਟ ਇੰਟਰਫੇਅਰ ਕਦੋਂ ਕਰੇਗੀ ਕਿ ਜਦੋਂ ਇੱਕ ਧਰਮ ਵਾਲਾ ਪਰਸਨ ਦੂਸਰੇ ਧਰਮ ਦੇ ਬਾਰੇ ਕੋਈ ਗਲਤ ਲੈਂਗੁਏਜ ਯੂਜ਼ ਕਰ ਰਿਹਾ ਹੈਗਾ, ਗਲਤ ਸ਼ਬਦਾਵਲੀ ਯੂਜ਼ ਕਰ ਰਿਹਾ ਹੈਗਾ, ਇਨ ਦੈਟ ਕੇਸ ਜਿਹੜੀ ਸਟੇਟ ਆ ਉਹ ਇੰਟਰਫੇਅਰ ਕਰੇਗੀ। ਸਿਮਿਲਰਲੀ ਅਗਰ ਤੁਸੀਂ ਧਰਮ ਦੇ ਨਾਮ ਤੇ ਕੋਈ ਵੋਟ ਮੰਗ ਰਹੇ ਹੋ ਤਾਂ ਉਸ ਕੇਸ ਦੇ ਵਿੱਚ ਵੀ ਸਟੇਟ ਕੀ ਹੈ, ਸਟੇਟ ਵਿਲ ਆਲਸੋ ਇੰਟਰਫੇਅਰ। ਹੋਰ ਕੀ ਹੈ, ਅਗਰ ਤੁਹਾਡੇ ਕੋਲੇ ਕੀ ਹੈ ਇੱਕ ਪਰਟੀਕੂਲਰ ਲੋਕ ਧਰਮ ਆ, ਫੋਰ ਐਗਜ਼ਾਮਪਲ ਹਿੰਦੂ ਧਰਮ ਦੇ ਵਿੱਚ ਮੰਦਿਰ ਦੇ ਵਿੱਚ ਉਸੇ ਹਿੰਦੂ ਧਰਮ ਦੇ ਲੋਕਾਂ ਨੂੰ ਦੀ ਜਿਹੜੀ ਐਂਟਰੀ ਆ ਉਹ ਪ੍ਰੋਹਿਬਿਟਡ ਹੈ ਨਾ, ਐਂਟਰੀ ਨੂੰ ਰੋਕਿਆ ਜਾ ਰਿਹਾ, ਉੱਤੇ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ ਕਿ ਕੁਝ ਬੰਦੇ ਤਾਂ ਹਿੰਦੂ ਧਰਮ ਵਾਲੇ ਮੰਦਿਰ ਦੇ ਵਿੱਚ ਐਂਟਰੀ ਹੋ ਰਹੀ ਹੈ, ਬਟ ਕੁਝ ਹਿੰਦੂ ਧਰਮ ਦੇ ਲੋਕਾਂ ਨੂੰ ਹੀ ਐਂਟਰੀ ਜਿਹੜੀ ਕੀ ਹੈ ਉਹ ਮਨਾ ਕੀਤੀ ਹੋਈ ਹੈ। ਤਾਂ ਉਸ ਕੇਸ ਦੇ ਵਿੱਚ ਵੀ ਕੀ ਹੈ, ਉਸ ਕੇਸ ਦੇ ਵਿੱਚ ਵੀ ਤੁਹਾਡੀ ਜਿਹੜੀ ਸਟੇਟ ਹੈ ਉਹ ਇੰਟਰਫੇਅਰ ਕਰੇਗੀ। ਅਦਰਵਾਈਜ਼ ਕੀ ਸਟੇਟ ਕੀ ਕਹਿੰਦੀ ਹੈ ਕਿ ਜਿਹੜੇ ਹੈਗੀ ਹੈ ਸੈਕੂਲਰ ਸਟੇਟ ਹੈ, ਸਟੇਟ ਦਾ ਕੋਈ ਆਪਣਾ ਧਰਮ ਨਹੀਂ ਹੈ, ਤੁਹਾਨੂੰ ਫੁੱਲ ਆਜ਼ਾਦੀ ਹੈ ਕਿ ਜਿਸ ਧਰਮ ਨੂੰ ਮੰਨਣਾ ਤੁਸੀਂ ਉਹਨੂੰ ਮੰਨ ਸਕਦੇ ਹੋ, ਜਿਸ ਧਰਮ ਨੂੰ ਅਗਰ ਛੱਡਣਾ ਉਸ ਧਰਮ ਨੂੰ ਛੱਡ ਸਕਦੇ ਹੋ, ਉਹਨੂੰ ਤੁਸੀਂ ਉਸ ਧਰਮ ਦਾ ਪ੍ਰਚਾਰ ਕਰ ਸਕਦੇ ਹੋ। ਇਸ ਚੀਜ਼ ਦੀ ਤੁਹਾਨੂੰ ਫੁੱਲ ਆਜ਼ਾਦੀ ਹੈ, ਪੂਰੀ ਤੁਹਾਨੂੰ ਇਸ ਚੀਜ਼ ਦੀ ਫਰੀडम ਹੈ। ਇਹ ਸਾਰਾ ਕੁਝ ਆਪਣੇ ਕੋਲ ਕਿਸ ਦੇ ਵਿੱਚ ਹੈ, ਆਰਟੀਕਲ 25 ਦੇ ਵਿੱਚ। ਨੈਕਸਟ ਵੀ ਹੈਵ ਆਰਟੀਕਲ 26। ਹੁਣ ਦੇਖੋ ਜਿਹੜਾ ਆਰਟੀਕਲ 26 ਕੀ ਕਹਿੰਦਾ, ਫ੍ਰੀ ਟੂ ਮੈਨੇਜ ਰਿਲੀਜੀਅਸ ਅਫੇਅਰਸ। ਜਿਹੜਾ ਆਰਟੀਕਲ 25 ਦੀ ਆਪਾਂ ਗੱਲ ਕੀਤਾ ਸੀਗਾ, ਇਹ ਗਰੰਟੀ ਕਰਦਾ ਰਾਈਟਸ ਆਫ ਦਾ ਇੰਡੀਵਿਜੂਅਲ। ਅਗਰ ਕੋਈ ਇੱਕ ਇੰਡੀਵਿਜੂਅਲ ਦੀ ਗੱਲ ਕਰਾਂ, ਮੈਂ ਸਪੋਜ਼ ਆਪਣੀ ਗੱਲ ਕਰਾਂ ਤਾਂ ਉਸ ਦੀ ਇਹ ਗੱਲ ਕਰ ਰਿਹਾ, ਲੇਕਿਨ ਜੋ 26 ਆਰਟੀਕਲ ਹੈ ਇਹ ਕਿਸ ਦੀ ਗੱਲ ਕਰਦਾ ਹੈ, ਰਿਲੀਜੀਅਸ ਡਿਨੋਮੀਨੇਸ਼ਨ ਦੀ। ਹੁਣ ਡਿਨੋਮੀਨੇਸ਼ਨ ਦਾ ਇੱਥੇ ਮਤਲਬ ਕੀ ਹੈ ਕਿ ਇੱਕ ਜਿਹੜਾ ਤੁਹਾਡੇ ਕੋਲ ਸਪੋਜ਼ ਇੱਕ ਸਿੱਖ ਧਰਮ ਹੈ ਨਾ, ਸਿੱਖ ਧਰਮ ਤੋਂ ਅੱਗੇ ਤੁਹਾਡੇ ਕੋਲ ਕੀ ਬਣ ਗਿਆ, ਸਬ ਗਰੁੱਪਸ ਬਣ ਗਏ ਆ। ਸਬ ਗਰੁੱਪਸ ਦੇ ਵਿੱਚ ਕੀ ਹੈ, ਸਿੱਖ ਧਰਮ ਦੇ ਵਿੱਚ ਇੱਕ ਨਿਰੰਕਾਰੀ ਜਿਹੜਾ ਧਰਮ ਆ ਗਿਆ ਤੁਹਾਡੇ ਕੋਲੇ, ਦੂਸਰਾ ਨਾਮਧਾਰੀ ਆ ਗਿਆ ਹੈ ਨਾ। ਸਿਮਿਲਰਲੀ ਅਗਰ ਇਸਲਾਮ ਦੀ ਗੱਲ ਕਰੀਏ ਆਪਾਂ, ਇਸਲਾਮ ਦੇ ਵਿੱਚ ਤੁਹਾਡੇ ਕੋਲੇ ਸੁੰਨੀ ਆ ਗਈ, ਸੀਆ ਆ ਗਈ, ਔਰ ਤੁਹਾਡੇ ਕੋਲੇ ਅਹਿਮਦੀ ਕਮਿਊਨਿਟੀ ਆ ਗਈ ਹੈ। ਤਾਂ ਇਹਦਾ ਮਤਲਬ ਕੀ ਹੈ, ਇੱਕ ਮੇਨ ਧਰਮ ਦੇ ਵਿੱਚੋਂ ਹੀ ਆਪਣੇ ਕੋਲੇ ਇੱਕ ਜਿਹੜਾ ਉਹਦਾ ਸਬ ਧਰਮ ਆਪਾਂ ਕਹਿ ਦਈਏ ਉਹ ਤੁਹਾਡੇ ਕੋਲ ਕੀ ਬਣ ਕੇ ਆ ਗਿਆ, ਉਹਨੂੰ ਆਪਾਂ ਕੀ ਬੋਲਦੇ ਹਾਂ, ਲਿਖਿਆ ਹੈ ਰਿਲੀਜੀਅਸ ਡਿਨੋਮੀਨੇਸ਼ਨਸ। ਠੀਕ ਹੈ, ਇਹਦਾ ਮਤਲਬ ਕੀ ਹੈ, ਇੱਕੋ ਧਰਮ ਦੇ ਵਿੱਚੋਂ ਇੱਕ ਅੱਗੇ ਸਬ ਗਰੁੱਪ ਬਣ ਗਿਆ ਹੈਗਾ, ਉਹਨੂੰ ਆਪਾਂ ਬੋਲਦੇ ਹਾਂ ਰਿਲੀਜੀਅਸ ਡਿਨੋਮੀਨੇਸ਼ਨ। ਸੋ ਇਹਨਾਂ ਨੂੰ ਪ੍ਰੋਟੈਕਟ ਕੌਣ ਕਰਦਾ ਹੈਗਾ, ਇਹਨਾਂ ਲਈ ਆਪਣੇ ਕੋਲ ਕੀ ਹੈ, ਆਰਟੀਕਲ 26। ਔਰ ਆਰਟੀਕਲ 25 ਕਿਸ ਚੀਜ਼ ਲਈ ਹੈ, ਸਿਰਫ ਇੰਡੀਵਿਜੂਅਲ ਲਈ ਹੈ। ਅਗਰ ਉਹ ਡਿਨੋਮੀਨੇਸ਼ਨ ਦੀ ਗੱਲ ਕਰ ਰਹੇ ਹੈ, ਰਿਲੀਜੀਅਸ ਡਿਨੋਮੀਨੇਸ਼ਨ ਮਤਲਬ ਕਿ ਸਿੱਖ ਧਰਮ ਦਾ ਜਿਹੜਾ ਸਬ ਗਰੁੱਪ ਹੈ, ਸਪੋਜ਼ ਨਿਰੰਕਾਰੀ ਹੈ, ਨਾਮਧਾਰੀ ਹੈ, ਉਹਨਾਂ ਦੀ ਗੱਲ ਕਰੇ, ਉਹਨਾਂ ਨੂੰ ਕੌਣ ਪ੍ਰੋਟੈਕਟ ਕਰੇਗਾ, ਆਰਟੀਕਲ 26 ਪ੍ਰੋਟੈਕਟ ਕਰੇਗਾ। ਹੁਣ ਇਹ ਕਿਸ ਤਰ੍ਹਾਂ ਦੀ ਪ੍ਰੋਟੈਕਸ਼ਨ ਹੈ, ਰਾਈਟ ਟੂ ਐਸਟੈਬਲਿਸ਼ ਐਂਡ ਮੇਨਟੇਨ ਇੰਸਟੀਟਿਊਸ਼ਨਸ ਫॉर ਰਿਲੀਜੀਅਸ ਐਂਡ ਚੈਰੀਟੇਬਲ ਪਰਪਸਿਸ। ਜਿਹੜਾ ਕੀ ਹੈ, ਇਹ ਜਿਹੜਾ ਸਬ ਗਰੁੱਪ ਹੈ, ਸਪੋਜ਼ ਨਾਮਧਾਰੀ ਹੈ ਜਾਂ ਨਿਰੰਕਾਰੀ ਦੀ ਆਪਾਂ ਗੱਲ ਕਰ ਰਹੇ ਹਾਂ, ਸੋ ਇਹਦੇ ਵਿੱਚ ਬੇਸਿਕਲੀ ਆਪਾਂ ਰਿਲੀਜੀਅਸ ਡਿਨੋਮੀਨੇਸ਼ਨ ਦੀ ਗੱਲ ਕਰਾਂਗੇ ਤਾਂ ਉਹਨਾਂ ਨੂੰ ਕੀ ਇਸ ਚੀਜ਼ ਦੀ ਫਰੀडम ਹੈ ਕਿ ਉਹ ਆਪਣਾ ਕੋਈ ਇੰਸਟੀਟਿਊਸ਼ਨ ਬਣਾ ਸਕਦੇ ਹੈ ਔਰ ਉਸ ਨੂੰ ਚੈਰੀਟੇਬਲ ਪਰਪਸ ਲਈ ਯੂਜ਼ ਕਰ ਸਕਦੇ ਹੈ। ਠੀਕ ਹੈ, ਤਾਂ ਇਸ ਲਈ ਕੋਈ ਮਨਾ ਨਹੀਂ ਕਰੇਗਾ ਉਹਨੂੰ, ਇਸ ਚੀਜ਼ ਦੀ ਫਰੀडम ਹੈ। ਨੈਕਸਟ ਹੈ ਰਾਈਟ ਟੂ ਮੈਨੇਜ ਇਟਸ ਓਨ ਅਫੇਅਰਸ ਇਨ ਦਾ ਮੈਟਰ ਆਫ ਰਿਲੀਜਨ। ਉਹ ਆਪਣੇ ਧਰਮ ਦਾ ਜਿਹੜਾ ਅਫੇਅਰਸ ਆ ਉਹਨਾਂ ਨੂੰ ਆਪਣੇ ਤਰੀਕੇ ਨਾਲ ਮੈਨੇਜ ਕਰ ਸਕਦੇ ਆ। ਉਸ ਦੇ ਵਿੱਚ ਵੀ ਸਟੇਟ ਕੀ ਹੈ, ਸਟੇਟ ਉਸ ਦੇ ਵਿੱਚ ਵੀ ਇੰਟਰਫੇਅਰ ਨਹੀਂ ਕਰੇਗੀ। ਨੈਕਸਟ ਕੀ ਹੈ, ਰਾਈਟ ਟੂ ਓਨ ਐਂਡ ਅਕਵਾਇਰ ਮੂਵੇਬਲ ਐਂਡ ਇਮੂਵੇਬਲ ਪ੍ਰਾਪਰਟੀ। ਸਪੋਜ਼ ਮੂਵੇਬਲ ਪ੍ਰਾਪਰਟੀ ਦੇ ਵਿੱਚ ਕੀ ਹੈ, ਤੁਹਾਡੇ ਕੋਲ ਕੀ ਹੈ, ਕੋਈ ਸਪੋਜ਼ ਕੋਈ ਕੰਪਿਊਟਰ ਖਰੀਦਿਆ ਹੋਇਆ ਹੈਗਾ, ਕੋਈ ਵਹੀਕਲ ਹੈ ਨਾ, ਜਾਂ ਕੋਈ ਇਹ ਤੁਹਾਡੇ ਕੋਲ ਕੋਈ ਇਹਨਾਂ ਕੋਲ ਕੋਈ ਜਿਹੜਾ ਸਬ ਗਰੁੱਪ ਬਣਿਆ ਹੋਇਆ ਹੈਗਾ ਰਿਲੀਜੀਅਸ ਡਿਨੋਮੀਨੇਸ਼ਨ, ਇਹਨਾਂ ਦੇ ਕੋਲ ਕੀ ਹੈ, ਕੋਈ ਜਿਊਲਰੀ ਹੈ, ਤਾਂ ਇਸ ਚੀਜ਼ ਲਈ ਉਹਨਾਂ ਨੂੰ ਕੋਈ ਇਹ ਰਾਈਟ ਹੈ ਕਿ ਉਸ ਚੀਜ਼ ਨੂੰ ਅਕਵਾਇਰ ਕਰ ਸਕਦੇ ਆ, ਉਸ ਚੀਜ਼ ਦੇ ਉਹ ਮਾਲਕ ਬਣ ਸਕਦੇ ਆ। ਇਮੂਵੇਬਲ ਕੀ ਹੈ, ਕੋਈ ਪ੍ਰਾਪਰਟੀ ਖਰੀਦ ਲਈ ਹੈ, ਸਪੋਜ਼ ਕੋਈ ਇੰਡਸਟਰੀ ਹੈ ਉਹ ਖਰੀਦ ਲਈ ਹੈ, ਔਰ ਜਾਂ ਕੋਈ ਤੁਹਾਡੇ ਕੋਲ ਪਲਾਟ ਲੈ ਲਿਆ ਜਾਂ ਕੋਈ ਕੋਠੀ ਹੈ, ਉਹ ਕੀ ਤੁਹਾਡੇ ਕੋਲ ਹੈ, ਇਮੂਵੇਬਲ ਪ੍ਰਾਪਰਟੀਜ਼। ਸੋ ਇਹ ਵੀ ਰਾਈਟ ਜਿਹੜਾ ਹੈਗਾ ਕਿ ਰਿਲੀਜੀਅਸ ਡਿਨੋਮੀਨੇਸ਼ਨ ਨੂੰ ਪ੍ਰੋਵਾਈਡ ਕਰਦਾ ਹੈ ਆਰਟੀਕਲ 26 ਕਿ ਉਹ ਆਪਣੇ ਹਿਸਾਬ ਦੇ ਨਾਲ ਮੂਵੇਬਲ ਜਾਂ ਇਮੂਵੇਬਲ ਪ੍ਰਾਪਰਟੀ ਨੂੰ ਐਕਵਾਇਰ ਕਰ ਸਕਦੇ ਆ। ਔਰ ਲਾਸਟ ਵਨ ਕੀ ਹੈ, ਰਾਈਟ ਟੂ ਐਡਮਿਨਿਸਟ੍ਰੇਟ ਸੱਚ ਪ੍ਰਾਪਰਟੀ ਇਨ ਦਾ ਅਕੋਰਡੈਂਸ ਵਿਦ ਲਾਅ। ਉਹਨਾਂ ਦਾ ਆਪਣੀ ਮਰਜ਼ੀ ਹੋਏਗੀ, ਜਿਸ ਪ੍ਰਾਪਰਟੀ ਨੂੰ ਉਹਨਾਂ ਨੇ ਖਰੀਦਿਆ ਗਿਆ ਉਹਨੂੰ ਆਪਣੇ ਤਰੀਕੇ ਦੇ ਨਾਲ ਉਹ ਯੂਜ਼ ਕਰ ਸਕਦੇ ਆ।
ਕਲੀਅਰ। ਸੋ ਇਹ ਤੁਹਾਡੇ ਕੋਲ ਕੀ ਸੀਗਾ ਬੇਸਿਕਲੀ 25 ਔਰ 26 ਦੇ ਵਿੱਚ ਡਿਫਰੈਂਸ ਕੀ ਹੈ ਕਿ ਜੋ 25 ਆਰਟੀਕਲ ਹੈ ਉਹ ਵੀ ਰਿਲੀਜਨ ਦੇ ਬੇਸਡ ਗੱਲ ਕਰਦਾ ਹੈ, ਬਟ ਉਹਦੀ ਗੱਲ ਕਿਸ ਦੀ ਹੋ ਰਹੀ ਹੈ, ਇੰਡੀਵਿਜੂਅਲ ਦੀ। ਲੇਕਿਨ ਜੋ 26 ਹੈ ਇਹਦੇ ਵਿੱਚ ਕਿਸ ਦੀ ਗੱਲ ਹੋ ਰਹੀ ਹੈ, ਸਬ ਗਰੁੱਪ ਦੀ। ਸਬ ਗਰੁੱਪ ਨੂੰ ਆਪਾਂ ਬੋਲਾਂਗੇ ਕਿ ਰਿਲੀਜੀਅਸ ਡਿਨੋਮੀਨੇਸ਼ਨ, ਜੋ ਆਪਾਂ ਇੱਥੇ ਐਗਜ਼ਾਮਪਲ ਲਈਏ ਨਿਰੰਕਾਰੀ ਜਾਂ ਨਾਮਦਾਰੀ। ਸੋ ਨੈਕਸਟ ਵੀ ਹੈਵ ਆਰਟੀਕਲ 27 ਦਾ ਮਤਲਬ ਕੀ ਹੈ, ਫਰੀडम फ्रॉम द टैक्सेशन फ्रॉम फॉर प्रमोशन ऑफ द रिलीजन। कहने का मतलब की है कि जो धर्म के नाम के उपर कोई भी तुहाडे तो टैक्स नहीं कलैक्ट करेगा। नो परसन शैल बी कंपेल्ड टू पे एनी टैक्सेस फॉर द प्रमोशन और द मेंटेनेंस ऑफ एनी पर्टिकुलर रिलीजन और रिलीजीअस डिनोमिनेशन। ना तो जो तुहाडा मेन धर्म है ਉਹਦੇ ਲਈ ਜਾਂ जो तुहाडे कोल सब ग्रुप ਬਣਿਆ ਹੋਇਆ ਹੈ मेन धर्म ਦੇ ਵਿੱਚੋਂ ਉਹਦੇ ਲਈ ਵੀ ਤੁਹਾਡੇ ਤੋਂ ਕੋਈ टैक्स कलैक्ट नहीं करेगा फॉर द प्रमोशन ऑफ द रिलीजन। सिमिलरली अगर स्टेट ने प्रमोट करना है, इफ स्टेट वांट्स टू प्रमोट द रिलीजन तो वो की होएगी ਤੁਹਾਡੀ विदाउट एनी डिस्क्रिमिनेशन। ਇਹ ਨਹੀਂ ਹੈ ਕਿ ਦੋ ਧਰਮ ਨੂੰ ਤਾਂ ਉਹ ਪ੍ਰਮੋਟ ਕਰ ਰਹੇ ਆ ਔਰ ਰਿਮੇਨਿੰਗ ਤੁਹਾਡੇ ਕੋਲ ਐਜ਼ ਇਟ ਇਜ਼ ਆ, ਜਾਂ ਤਾਂ ਉਹ ਸਾਰੇ ਦੇ ਸਾਰੇ ਧਰਮ ਨੂੰ ਪ੍ਰਮੋਟ ਕਰਨਗੇ ਜਾਂ ਉਹ ਕਿਸੇ ਵੀ ਧਰਮ ਨੂੰ ਪ੍ਰਮੋਟ ਨਹੀਂ ਕਰਨਗੇ। ਠੀਕ ਹੈ, ਇਹ ਵੀ ਤੁਹਾਡੇ ਕੋਲ ਕੀ ਹੋਏਗਾ, ਇਹ ਜਿਹੜਾ ਆਰਟੀਕਲ 27 ਦੇ ਅੰਡਰ ਇਹ ਗਿਵਨ ਹੈ। ਸੋ ਨੈਕਸਟ ਵੀ ਹੈਵ freedom from attending religious instructions। ਇਹਦਾ ਕਹਿਣ ਦਾ ਮਤਲਬ ਕੀ ਹੈ ਕਿ ਅਗਰ ਤੁਹਾਡੇ ਕੋਲ no religious instruction shall be provided in any educational institution which is maintained by the state। ਅਗਰ ਕੋਈ ਸਟੇਟ ਦਾ ਕੋਈ ਸਰਕਾਰੀ ਇੰਸਟੀਟਿਊਸ਼ਨ ਹੈ ਜਿਸ ਦੇ ਵਿੱਚ ਜਿਸ ਨੂੰ ਐਡਮਿਨਿਸਟ੍ਰੇਟਰ ਵੀ ਸਟੇਟ ਕਰ ਰਿਹਾ ਹੈਗਾ ਔਰ ਉਸ ਨੂੰ ਜੋ ਫੰਡਿੰਗ ਆ ਉਹ ਵੀ ਸਟੇਟ ਤੋਂ ਆ ਰਹੀ ਹੈ, ਉਸ ਦੇ ਵਿੱਚ ਜਿਹੜੀ ਹੈਗੀ ਕੋਈ ਧਾਰਮਿਕ ਰਿਲੀਜੀਅਸ ਇੰਸਟਰਕਸ਼ਨਸ ਤੁਸੀਂ ਪ੍ਰੋਵਾਈਡ ਨਹੀਂ ਕਰ ਸਕਦੇ। ਸੋ ਇਸ ਬੇਸਿਸ ਆਰਟੀਕਲ 28 ਦੇ ਬੇਸਿਸ ਦੇ ਉੱਪਰ ਆਪਣੇ ਕੋਲੇ ਆਪਾਂ 4 ਟਾਈਪਸ ਜਿਹੜੇ ਹੈਗੇ ਆ ਇੰਸਟੀਟਿਊਟਸ ਹੋ ਸਕਦੇ ਆਪਣੇ ਕੋਲੇ। ਪਹਿਲੀ ਟਾਈਪ ਕੀ ਹੈ ਕਿ ਇਹੋ ਜਿਹੇ ਇੰਸਟੀਟਿਊਸ਼ਨ ਜਿਹਦੇ ਵਿੱਚ ਜਿਹੜਾ ਫੁੱਲੀ ਜਾਂ ਹੋਲੀ ਮੇਨਟੇਨਡ ਬਾਈ ਦਾ ਸਟੇਟ, ਜਿਸ ਨੂੰ ਸਰਕਾਰ ਹੀ ਮੇਨਟੇਨ ਕਰ ਰਹੀ ਹੈ, ਸਰਕਾਰ ਹੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਪਾਰਟਿਸਿਪੇਟ ਕਰ ਰਹੀ ਹੈ ਔਰ ਸਰਕਾਰ ਹੀ ਉਸ ਚੀਜ਼ ਨੂੰ ਫੰਡਿੰਗ ਕਰ ਰਹੀ ਹੈ। ਸੋ ਐਸੇ ਇੰਸਟੀਟਿਊਟ ਦੇ ਵਿੱਚ ਜਿਹੜੀ ਹੈਗੀ ਰਿਲੀਜੀਅਸ ਇੰਸਟਰਕਸ਼ਨ ਦੇਣਾ ਤੁਹਾਡੇ ਕੋਲ ਕੀ ਹੋਏਗਾ, ਉਹ ਲੀਗਲ ਨਹੀਂ ਹੋਏਗਾ। ਇੱਥੇ ਕੀ ਹੈ, ਰਿਲੀਜੀਅਸ ਇੰਸਟਰਕਸ਼ਨ ਦੇਣਾ, ਕਿਸੇ ਪਰਟੀਕੂਲਰ ਧਰਮ ਦੇ ਬਾਰੇ ਪ੍ਰਚਾਰ ਕਰਨਾ, ਉਹ ਤੁਹਾਡੇ ਕੋਲ ਕੀ ਹੋਏਗਾ, ਪ੍ਰੋਹਿਬਿਟਡ ਹੈ, ਇੱਥੇ ਉਹ ਚੀਜ਼ ਹੈ ਮਨਾਂਗੀ। ਸੈਕਿੰਡ ਕੈਟਾਗਰੀ ਕਿਹੜੀ ਹੈਗੀ ਹੈ, ਕੁਝ ਇਹੋ ਜਿਹੇ ਇੰਸਟੀਟਿਊਸ਼ਨ ਜਿਹੜੇ ਤਾਂ ਚਲਾ ਤਾਂ ਸਰਕਾਰ ਰਹੀ ਹੈ ਲੇਕਿਨ ਜਿਹੜੀ ਐਸਟੈਬਲਿਸ਼ ਕਿਸ ਨੇ ਕੀਤਾ, ਉਹ ਕਿਸੇ ਟਰਸਟ ਨੇ ਕੀਤੇ ਹੈ। ਜੋ ਉਹਨਾਂ ਦੀ ਮੈਨੇਜਮੈਂਟ ਕੀ ਹੈ, ਉਹ ਇੱਕ ਕੋਈ ਟਰਸਟ ਬਣਿਆ ਹੋਇਆ ਹੈਗਾ। ਤਾਂ ਅਲਟੀਮੇਟਲੀ ਜੋ ਡਿਸੀਜਨ ਹੋਏਗਾ ਉਹ ਟਰਸਟ ਦਾ ਡਿਸੀਜਨ ਹੋਏਗਾ। ਅਗਰ ਟਰਸਟ ਨੇ ਕਿਹਾ ਕਿ ਅਸੀਂ ਜਿਹੜੀ ਰਿਲੀਜੀਅਸ ਇੰਸਟਰਕਸ਼ਨ ਦੇਣੀ ਚਾਹੁੰਦੇ ਹਾਂ ਤਾਂ ਉਹ ਉਸ ਕੇਸ ਦੇ ਵਿੱਚ ਕੀ ਹੈ, ਉਹ ਸਟੂਡੈਂਟਸ ਨੂੰ ਰਿਲੀਜੀਅਸ ਇੰਸਟਰਕਸ਼ਨ ਦੇ ਸਕਦੇ ਆ। ਤਾਂ ਜਿਹੜੇ ਇੰਸਟੀਟਿਊਸ਼ਨ ਦੇ ਵਿੱਚ ਇਹ ਕੀ ਹੋਏਗਾ, ਅਲਾਊਡ ਹੋਏਗਾ। ਬਟ ਸ਼ਰਤ ਕੀ ਹੈ ਕਿ ਉਸ ਦੇ ਵਿੱਚ ਨੈਸ਼ਨਲ ਸਿਕਿਉਰਿਟੀ ਦੀ ਜਾਂ ਕੋਈ ਇੰਟੀਗ੍ਰਿਟੀ ਨੂੰ, ਜਿਹੜੀ ਨੇਸ਼ਨ ਦੀ ਇੰਟੀਗ੍ਰਿਟੀ ਹੈ ਉਸ ਨੂੰ ਕੋਈ ਖਤਰਾ ਨਹੀਂ ਹੋਣਾ ਚਾਹੀਦਾ। ਇਹ ਨਹੀਂ ਹੈ ਕਿ ਤੁਸੀਂ ਉੱਥੇ ਜਾ ਕੇ ਜਿਹੜੇ ਧਰਮ ਦੇ ਨਾਮ ਦੇ ਉੱਪਰ ਕੋਈ ਭੜਕਾਊ ਗੱਲਾਂ ਕਰਨੀਆਂ ਸਟਾਰਟ ਕਰ ਦੋ, ਹੈ ਨਾ, ਜਿਸ ਦੇ ਨਾਲ ਕਿ ਜਿਹੜੀ ਇੰਟੀਗ੍ਰਿਟੀ ਆਫ ਦਾ ਸਟੇਟ ਹੈ ਜਾਂ ਸਿਕਿਉਰਿਟੀ ਆਫ ਦਾ ਸਟੇਟ ਹੈ ਉਸ ਚੀਜ਼ ਨੂੰ ਖਤਰਾ ਹੋਏ, ਤਾਂ ਉਸ ਕੇਸ ਦੇ ਵਿੱਚ ਉਹ ਤੁਹਾਨੂੰ ਅਲਾਊਡ ਨਹੀਂ ਹੋਏਗਾ। ਅਦਰਵਾਈਜ਼ ਰਿਲੀਜੀਅਸ ਜਿਹੜੀ ਇੰਸਟਰਕਸ਼ਨ ਦੇਣੀਆਂ ਨੇ ਸੈਕੰਡ ਕੈਟਾਗਰੀ ਵਾਲੇ ਇੰਸਟੀਟਿਊਸ਼ਨ ਦੇ ਵਿੱਚ ਕੀ ਹੈ, ਅਲਾਊਡ ਹੈ। ਥਰਡ ਕੀ ਹੈ, ਇੰਸਟੀਟਿਊਸ਼ਨਸ ਰਿਕੋਗਨਾਈਜ਼ਡ ਬਾय ਦ ਸਟੇਟ। ਫੋਰ ਐਗਜ਼ਾਮਪਲ ਕੋਈ ਪ੍ਰਾਈਵੇਟ ਇੰਸਟੀਟਿਊਟ ਹੈ ਲੇਕਿਨ ਉਹਨੂੰ ਐਫੀਲੀਏਸ਼ਨ ਮਿਲੀ ਹੋਈ ਹੈ ਪੰਜਾਬ ਬੋਰਡ ਤੋਂ, ਹੈ ਨਾ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੋਂ, ਜਾਂ ਕੀ ਮਿਲੀ ਹੋਈ ਹੈ, CBSE ਤੋਂ ਮਿਲੀ ਹੋਈ ਹੈ। ਤਾਂ ਉਸ ਕੇਸ ਦੇ ਵਿੱਚ ਕੀ ਹੈ, ਉਸ ਕੇਸ ਦੇ ਵਿੱਚ ਵੀ ਤੁਹਾਡੇ ਕੋਲੇ ਕੀ ਹੈ, ਉੱਥੇ ਵੀ ਜਿਹੜਾ ਹੈ ਕੀ ਹੈ, ਪ੍ਰਾਈਵੇਟ ਹੈ। ਤੇ ਇਟ ਮੀਨਸ ਅਗਰ ਉੱਥੇ ਵੀ ਰਿਲੀਜੀਅਸ ਇੰਸਟਰਕਸ਼ਨ ਕੋਈ ਦੇਣਾ ਚਾਹੁੰਦਾ ਹੈ ਤਾਂ ਉੱਥੇ ਵੀ ਇਹ ਚੀਜ਼ ਅਲਾਊਡ ਹੈ। ਬਟ ਉਹ ਹੋਏਗਾ ਕਿ ਵਲੰਟਰਲੀ ਬੇਸਿਸ ਤੇ ਹੋਏਗਾ। ਅਗਰ ਕਿਸੇ ਨੇ ਕਰਨੀ ਹੈ, ਉਹਨਾਂ ਨੂੰ ਜੁਆਇਨ ਕਰਨਾ ਚਾਹੁੰਦਾ, ਉਹ ਰਿਲੀਜੀਅਸ ਇੰਸਟਰਕਸ਼ਨ ਲੈਣਾ ਚਾਹੁੰਦਾ ਹੈ ਤਾਂ ਉਹ ਕਲਾਸ ਅਟੈਂਡ ਕਰ ਲੇਗਾ। ਅਦਰਵਾਈਜ਼ ਕੋਈ ਕੰਪਲਸਰੀ ਨਹੀਂ ਹੋਏਗਾ ਇਨ ਕੇਸ ਆਫ ਥਰਡ ਕੈਟਾਗਰੀ। ਔਰ ਫੋਰਥ ਵਨ ਕੀ ਹੈ ਆਪਣੇ ਕੋਲੇ, ਇੰਸਟਰਕਸ਼ਨ ਰਿਸੀਵਿੰਗ ਏਡ ਫਰੋਮ ਸਟੇਟ, ਸੌਰੀ ਇੰਸਟੀਟਿਊਸ਼ਨ ਰਿਸੀਵਿੰਗ ਏਡ ਫਰੋਮ ਸਟੇਟ। ਉਸ ਕੇਸ ਦੇ ਵਿੱਚ ਕੀ ਹੈ ਤੁਹਾਡੇ ਕੋਲੇ, ਅਗਰ ਸਟੇਟ ਦੇ ਕੋਈ ਫੰਡਿੰਗ ਹੋ ਰਹੀ ਹੈ ਕਿਸੇ ਇੰਸਟੀਟਿਊਸ਼ਨ ਦੇ ਵਿੱਚ ਤਾਂ ਉੱਥੇ ਵੀ ਤੁਹਾਡੇ ਕੋਲੇ ਕੀ ਹੈ, ਜਿਹੜੀ ਹੈਗੀ ਹੈ ਰਿਲੀਜੀਅਸ ਇੰਸਟਰਕਸ਼ਨ ਦਿੱਤੀਆਂ ਜਾ ਸਕਦੀਆਂ ਨੇ, ਧਾਰਮਿਕ ਪ੍ਰਚਾਰ ਕੀਤਾ ਜਾ ਸਕਦਾ ਹੈ। ਬਟ ਹੈ ਕੀ ਹੈ, ਉਹ ਪੜ੍ਹਾਈ ਕੀਤੀ ਜਾ ਸਕਦੀ ਹੈ, ਬਟ ਕੰਡੀਸ਼ਨ ਕੀ ਹੈ, ਉੱਥੇ ਵੀ ਕਿਸੇ ਦੇ ਉੱਪਰ ਆਪਾਂ ਇਸ ਚੀਜ਼ ਨੂੰ ਥੋਪ ਨਹੀਂ ਸਕਦੇ। ਕਲੀਅਰ। ਸੋ ਇਹ ਤੁਹਾਡੇ ਕੋਲ ਇਹ ਹੈਗਾ ਕਿ ਆਰਟੀਕਲ 28 ਦੇ ਵਿੱਚ ਆਪਾਂ ਨੂੰ ਫਰੀडम्स ਅਵੇਲੇਬਲ ਨੇ। ਸੋ ਨੈਕਸਟ ਵੀ ਹੈਵ
ਕਲਚਰਲ ਐਂਡ ਐਜੂਕੇਸ਼ਨਲ ਰਾਈਟਸ। ਸੋ ਇਸ ਦੇ ਲਈ ਆਪਣੇ ਕੋਲ ਕੀ 29 ਐਂਡ 30 ਆਰਟੀਕਲ ਅਵੇਲੇਬਲ ਹੈ। 29 ਆਪਣੇ ਕੋਲ ਗੱਲ ਕੀ ਕਰਦਾ ਹੈ, ਪ੍ਰੋਟੈਕਸ਼ਨ ਆਫ ਦਾ ਇੰਟਰਸਟ ਆਫ ਮਾਈਨੋਰਿਟੀਜ਼। ਪਹਿਲੀ ਗੱਲ ਤਾਂ ਦੋਸਤੋ ਜਿਹੜਾ ਮਾਈਨੋਰਿਟੀਜ਼ ਵਰਡ ਹੈ ਇਹ ਨਾ ਆਪਣੇ ਕੋਲ ਕਿਤੇ ਵੀ ਕਨਸਟੀਟਿਊਸ਼ਨ ਦੇ ਵਿੱਚ ਲਿਖਿਆ ਨਹੀਂ ਹੋਇਆ ਹੈ ਨਾ, ਇਸ ਚੀਜ਼ ਨੂੰ ਤੁਸੀਂ ਯਾਦ ਰੱਖਣਾ ਹੈ। ਦੂਸਰਾ ਕੀ ਕਰਦਾ, ਇਟ ਪ੍ਰੋਟੈਕਟਸ ਦਾ ਇੰਟਰਸਟ ਆਫ ਦਾ ਮਾਈਨੋਰਿਟੀਜ਼। ਦੂਸਰਾ ਜੋ ਗੱਲ ਕੀ ਯਾਦ ਰੱਖਣੀ ਹੈ, ਜਿਹੜਾ 29 ਹੈ ਉਹ ਸਿਰਫ ਮਾਈਨੋਰਿਟੀ ਦੀ ਗੱਲ ਨਹੀਂ ਕਰਦਾ, ਉਹ ਮੈਜੋਰਿਟੀ ਦੀ ਵੀ ਗੱਲ ਕਰ ਰਿਹਾ ਹੈ। ਠੀਕ ਹੈ, ਇਹਦੇ 'ਚ ਆਪਾਂ ਗੱਲ ਕੀ ਕरें, ਐਨੀ ਸੈਕਸ਼ਨ ਆਫ ਦਾ ਸਿਟੀਜ਼ਨ। ਤਾਂ ਆਪਾਂ ਇੱਥੇ ਕਿਤੇ ਵੀ ਤੁਸੀਂ ਦੇਖੋਗੇ ਤਾਂ ਕਿਤੇ ਵੀ ਆਪਣੇ ਕੋਲ ਵਰਡ ਮਾਈਨੋਰਿਟੀ ਨਹੀਂ ਲਿਖਿਆ ਆ ਰਿਹਾ, ਆਪਾਂ ਲਿਖਿਆ ਕੀ ਹੈ, ਐਨੀ ਸੈਕਸ਼ਨ ਆਫ ਦਾ ਸਿਟੀਜ਼ਨ, ਜਿਸ ਦੇ ਵਿੱਚ ਮਾਈਨੋਰਿਟੀ ਵੀ ਹੈ ਐਂਡ ਮੈਜੋਰਿਟੀ ਵੀ ਹੈ। ਔਰ ਮਾਈਨੋਰਿਟੀ ਤੁਹਾਨੂੰ ਪਤਾ ਕਿਸ ਚੀਜ਼ ਦੇ ਬੇਸਿਸ ਤੇ ਆਪਣੇ ਕੋਲ ਹੁੰਦੀ ਹੈ, ਜਾਂ ਤਾਂ ਉਹ ਲੈਂਗੁਏਜ ਬੇਸਿਸ ਤੇ, ਜਿਸ ਤੋਂ ਬੋਲਦੇ ਆ ਲਿੰਗੁਇਸਟਿਕ ਮਾਈਨੋਰਿਟੀ, ਜਾਂ ਕੀ ਹੈ ਰਿਲੀਜਨ ਬੇਸਿਸ ਤੇ, ਹੈ ਨਾ, ਰਿਲੀਜੀਅਸ ਮਾਈਨੋਰਿਟੀ। ਤਾਂ ਦੋ ਤਰ੍ਹਾਂ ਦੀ ਮਾਈਨੋਰਿਟੀ ਆਪਣੇ ਕੋਲ ਅਵੇਲੇਬਲ ਹੈ, ਇੱਕ ਲੈਂਗੁਏਜ ਬੇਸਿਸ ਤੇ ਔਰ ਦੂਸਰੀ ਆਪਣੇ ਕੋਲ ਕੀ ਹੈ ਰਿਲੀਜੀਅਸ ਬੇਸਿਸ ਤੇ। ਤਾਂ ਇਹ 29 ਤੁਹਾਡੇ ਕੋਲ ਕੀ ਕਹਿ ਰਿਹਾ ਹੈਗਾ ਕਿ ਜਿਹੜਾ 29 ਪ੍ਰੋਟੈਕਟ ਕਰਦਾ, ਮੀਨਸ ਅਗਰ ਕੋਈ ਤੁਹਾਡੇ ਕੋਲ ਮਾਈਨੋਰਿਟੀ ਹੈ ਜਾਂ ਮੈਜੋਰਿਟੀ ਹੈ, ਉਹ ਆਪਣੀ ਸਕ੍ਰਿਪਟ ਨੂੰ, ਆਪਣੀ ਲੈਂਗੁਏਜ ਨੂੰ ਜਾਂ ਕਲਚਰ ਨੂੰ ਪ੍ਰੋਟੈਕਟ ਕਰਨਾ ਚਾਹੁੰਦੀ ਹੈ ਨਾ, ਤਾਂ ਉਸ ਕੇਸ ਦੇ ਵਿੱਚ ਤੁਸੀਂ ਜਿਹੜੀ ਪ੍ਰੋਟੈਕਸ਼ਨ ਆ ਉਹ ਕਿਸ ਤਰ੍ਹਾਂ ਮਿਲੇਗੀ, ਵਿਦ ਹੈਲਪ ਆਫ ਆਰਟੀਕਲ 29, है ना। तो ये ਜਿਹੜਾ ਹੈ ਸਿਰਫ ਅਵੇਲੇਬਲ ਮਿਨੋਰਿਟੀ ਨੂੰ ਨਹੀਂ ਹੈ, ਅਗਰ ਕੋਈ ਮੈਜੋਰਿਟੀ ਦੇ ਪੀਪਲ ਵੀ ਹੈ, ਫੋਰ ਐਗਜ਼ਾਮਪਲ ਕੋਈ ਹਿੰਦੂ ਕਮਿਊਨਿਟੀ ਨੂੰ ਬਿਲੋਂਗ ਕਰਦਾ ਹੈ, ਉਹਨਾਂ ਦਾ ਤੁਹਾਡੇ ਕੋਲ ਸਬ ਗਰੁੱਪ ਹੈ, ਉਹ ਆਪਣੀ ਲੈਂਗੁਏਜ ਨੂੰ ਜਾਂ ਆਪਣੀ ਸਕ੍ਰਿਪਟ ਨੂੰ ਜਾਂ ਆਪਣੇ ਕਲਚਰ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਆ, ਤਾਂ ਉਸ ਕੇਸ ਦੇ ਵਿੱਚ ਵੀ ਸੁਪਰੀਮ ਕੋਰਟ ਤੁਹਾਨੂੰ ਪ੍ਰੋਟੈਕਟ ਕਰੇਗੀ, ਚਾਹੇ ਆਲਦੋ ਤੁਸੀਂ ਜਿਹੜਾ ਫਾਲ ਕਰ ਰਹੇ ਹੋ ਮੈਜੋਰਿਟੀ ਦੇ ਵਿੱਚ ਫਾਲ ਕਰ ਰਹੇ ਹੋ, ਮਿਨੋਰਿਟੀ ਵਾਲੀ ਕੈਟਾਗਰੀ ਦੇ ਵਿੱਚ ਨਹੀਂ ਹੈ। ਇਨ ਦੈਟ ਕੇਸ ਜਿਹੜਾ 29 ਤੁਹਾਨੂੰ ਉਸ ਚੀਜ਼ ਲਈ protect karega. Next we have no citizen shall be denied admission into any educational institution maintained by the state or receiving aid out of the state funds on the ground only of religion, race, caste, language or any of them। ਕਹਿਣ ਦਾ ਮਤਲਬ ਕੀ ਹੈ ਕਿ ਅਗਰ ਕੋਈ ਕਿਸੇ ਨੇ ਸਪੋਜ਼ ਹਿੰਦੂ ਤੁਹਾਡਾ ਹੈ ਮੈਜੋਰਿਟੀ ਕੈਟਾਗਰੀ ਦੇ ਵਿੱਚ, ਹੈ ਨਾ, ਮਿਨੋਰਿਟੀ ਦੇ ਵਿੱਚ ਨਹੀਂ ਹੈ, ਹਿੰਦੂ ਨੇ ਕੋਈ ਮੁਸਲਿਮ, ਜੋ ਕਿ ਮੁਸਲਿਮ ਕਿਹੜੀ ਕੈਟਾਗਰੀ ਦੇ ਵਿੱਚ ਹੈ, ਮਿਨੋਰਿਟੀ ਕੈਟਾਗਰੀ ਦੇ ਵਿੱਚ, ਮੁਸਲਿਮ ਜਿਹੜਾ ਮੈਨੇਜਮੈਂਟ ਦਾ ਸਕੂਲ ਹੈ ਉਸ ਦੇ ਵਿੱਚ ਅਗਰ ਹਿੰਦੂ ਸਟੂਡੈਂਟ ਨੇ ਐਡਮਿਸ਼ਨ ਲੈਣੀ ਹੈ, ਤਾਂ ਤੁਸੀਂ ਹਿੰਦੂ ਨੂੰ ਇਸ ਚੀਜ਼ ਲਈ ਮਨਾ ਨਹੀਂ ਕਰ ਸਕਦੇ ਕਿ ਯੂ ਬਿਲੋਂਗ ਟੂ ਦਾ ਮੈਜੋਰਿਟੀ ਕਲਾਸ, ਹੈ ਨਾ। ਇਸ ਬੇਸਿਸ ਤੇ ਡਿਸਕ੍ਰਿਮੀਨੇਸ਼ਨ ਨਹੀਂ ਹੋ ਸਕਦੀ। ਮਤਲਬ ਕੀ ਹੈ, ਔਨ ਦਾ ਬੇਸਿਸ ਆਫ ਰਿਲੀਜਨ, ਰੇਸ ਜਾਂ ਕਾਸਟ ਦੇ ਉੱਪਰ ਉਸ ਚੀਜ਼ ਲਈ ਤੁਸੀਂ ਉਸ ਚੀਜ਼ ਨੂੰ ਮਨਾ ਨਹੀਂ ਕਰ ਸਕਦੇ, ਡਿਨਾਈ ਨਹੀਂ ਕਰ ਸਕਦੇ। ਸੋ ਇਹ ਪ੍ਰੋਟੈਕਸ਼ਨ ਦੋਨੋਂ ਆਪਣੇ ਕੋਲ ਕਿਸ ਲਈ ਅਵੇਲੇਬਲ ਹੈ, ਅੰਡਰ ਆਰਟੀਕਲ 29। ਸੋ ਇਸ ਤੋਂ ਆਪਾਂ ਨੂੰ ਕਲੀਅਰ ਹੈ ਕਿ ਜਿਹੜਾ ਆਰਟੀਕਲ 29 ਹੈ ਉਹ ਸਿਰਫ ਮਿਨੋਰਿਟੀ ਨੂੰ ਹੀ ਨਹੀਂ ਪ੍ਰੋਟੈਕਟ ਕਰਦਾ, ਉਹ ਮੈਜੋਰਿਟੀ ਨੂੰ ਵੀ ਪ੍ਰੋਟੈਕਟ ਕਰਦਾ ਹੈ। ਕਲੀਅਰ। ਸੋ ਨੈਕਸਟ ਵੀ ਹੈਵ ਆਰਟੀਕਲ 30। ਆਰਟੀਕਲ 30 ਕੀ ਕਹਿੰਦਾ ਹੈ, ਰਾਈਟਸ ਆਫ ਦਾ ਮਿਨੋਰਿਟੀਜ਼ ਟੂ ਐਸਟੈਬਲਿਸ਼ਡ ਐਂਡ ਐਡਮਿਨਿਸਟ੍ਰੇਟਰ ਐਜੂਕੇਸ਼ਨਲ ਇੰਸਟੀਟਿਊਟ। ਸੋ ਦੋਸਤੋ ਜਿਹੜਾ ਆਰਟੀਕਲ 30 ਹੈ, 30 ਦੇ ਵਿੱਚ ਸਿਰਫ ਆਪਾਂ ਜੋ ਗੱਲ ਕਰਾਂਗੇ ਉਹ ਆਪਾਂ ਇੱਥੇ ਮਿਨੋਰਿਟੀ ਦੀ ਗੱਲ ਕਰਾਂਗੇ, ਇੱਥੇ ਮੈਜੋਰਿਟੀ ਦੀ ਗੱਲ ਆਪਾਂ ਨਹੀਂ ਕਰ ਰਹੇ, ਹੈ ਨਾ। 29 ਦੇ ਵਿੱਚ ਆਪਾਂ ਦੋਨਾਂ ਦੀ ਗੱਲ ਕਰ ਰਹੇ ਸੀਗੇ, ਉੱਥੇ ਆਪਾਂ ਕੀ ਬੋਲਿਆ ਕੀ ਸੀਗਾ, ਸੈਕਸ਼ਨ ਆਫ ਦਾ ਸਿਟੀਜ਼ਨ, ਜਿਸ ਦੇ ਵਿੱਚ ਦੋਨੋਂ ਆ ਗਏ, ਮਿਨੋਰਿਟੀ ਵੀ ਆ ਗਿਆ ਐਂਡ ਮੈਜੋਰਿਟੀ ਵੀ ਆ ਗਿਆ। ਲੇਕਿਨ ਇਹਦੇ 30 ਦੇ ਵਿੱਚ ਆਪਣੇ ਕੋਲ ਕੀ ਹੈ, ਇਸ ਦੇ ਵਿੱਚ ਆਪਣੇ ਕੋਲ ਕੀ ਹੈ, ਇਸ ਦੇ ਸਿਰਫ ਤੇ ਸਿਰਫ ਆਪਾਂ ਕਿਸ ਦੀ ਗੱਲ ਕਰ ਰਹੇ ਹਾਂ, ਮਿਨੋਰਿਟੀ ਦੀ ਗੱਲ ਕਰ ਰਹੇ ਹਾਂ। ਕਲੀਅਰ। ਹੁਣ ਇਸ ਦੇ ਵਿੱਚ ਕੀ ਹੈ ਕਿ ਮਿਨੋਰਿਟੀ ਦੇ ਕੋਲ ਇਹ ਰਾਈਟ ਹੈ, ਦੇ ਕੈਨ ਐਸਟੈਬਲਿਸ਼ ਐਂਡ ਐਡਮਿਨਿਸਟ੍ਰੇਟਰ ਐਜੂਕੇਸ਼ਨਲ ਇੰਸਟੀਟਿਊਸ਼ਨ ਆਫ ਦੇਅਰ ਚੋਇਸ। ਆਪਣੀ ਮਰਜ਼ੀ ਦਾ ਕੋਈ ਵੀ ਇੰਸਟੀਟਿਊਸ਼ਨ ਅਗਰ ਉਹਨਾਂ ਨੇ ਖੋਲ੍ਹਣਾ ਚਾਹੁੰਦੇ ਆ ਤਾਂ ਮਿਨੋਰਿਟੀ ਕੀ ਹੈ, ਉਹ ਖੋਲ੍ਹ ਸਕਦੀ ਹੈ। ਦੂਸਰਾ ਕੀ ਹੈ, ਦ ਸਟੇਟ ਸ਼ੈਲ ਨਾਟ ਇਨ ਗ੍ਰਾਂਟਿੰਗ ਦਾ ਏਡ ਟੂ ਦਾ ਐਜੂਕੇਸ਼ਨ ਇੰਸਟੀਟਿਊਸ਼ਨ। ਇਹਦਾ ਡਾਇਰੈਕਟ ਜਾਂ ਸਿੱਧਾ ਜਿਹਾ ਮਤਲਬ ਇਸ ਦਾ ਇਹ ਕੀ ਹੈ ਕਿ ਅਗਰ ਸਟੇਟ ਕੋਈ ਫੰਡਿੰਗ ਕਰ ਰਹੀ ਹੈ ਔਰ ਇੱਕ ਇੰਸਟੀਟਿਊਸ਼ਨ ਜੋ ਕਿ ਮਿਨੋਰਿਟੀ ਦੀ ਮੈਨੇਜਮੈਂਟ ਨੇ ਖੋਲ੍ਹਿਆ ਹੋਇਆ ਹੈਗਾ ਅਤੇ ਜੋ ਉਸਦਾ ਟਰਸਟ ਹੈ ਉਹ ਮਿਨੋਰਿਟੀ ਕਲਾਸ ਨੂੰ ਬਿਲੋਂਗ ਕਰਦਾ ਹੈਗਾ, ਤਾਂ ਉਸ ਕੇਸ ਦੇ ਵਿੱਚ ਕੀ ਹੈ, ਸਟੇਟ ਉਸ ਦੇ ਨਾਲ ਡਿਸਕ੍ਰਿਮੀਨੇਸ਼ਨ ਨਹੀਂ ਕਰ ਸਕਦੀ ਕਿ ਬਾਕੀਆਂ ਨੂੰ ਤਾਂ ਫੰਡਿੰਗ ਕਰ ਰਹੀ ਹੈ ਲੇਕਿਨ ਮਿਨੋਰਿਟੀ ਵਾਲੇ ਜਿਹੜਾ ਇੰਸਟੀਟਿਊਸ਼ਨ ਹੈ ਉਹਨੂੰ ਇਸੇ ਗਰਾਊਂਡ ਦੇ ਉੱਪਰ ਫੰਡਿੰਗ ਨਹੀਂ ਕਰ ਰਹੀ, ਬਿਕੋਜ਼ ਦਿਸ ਸਕੂਲ ਜਾਂ ਦਿਸ ਇੰਸਟੀਟਿਊਸ਼ਨ ਬਿਲੋਂਗਸ ਟੂ ਦਾ ਮਿਨੋਰਿਟੀ ਕਲਾਸ, ਹੈ ਨਾ। ਤਾਂ ਇਹ ਇਸ ਤਰ੍ਹਾਂ ਦੀ ਡਿਸਕ੍ਰਿਮੀਨੇਸ਼ਨ ਅਗਰ ਹੋ ਰਹੀ ਹੈ ਤਾਂ ਇਟ ਮੀਨਸ ਆਰਟੀਕਲ 30 ਦੀ ਵਾਇਓਲੇਸ਼ਨ ਹੋ ਰਹੀ ਹੈ, ਤਾਂ ਇਸ ਚੀਜ਼ ਨੂੰ ਰੋਕਣ ਦੇ ਲਈ, ਪ੍ਰੋਟੈਕਟ ਕਰਨ ਦੇ ਲਈ ਆਪਣੇ ਕੋਲ ਕੀ ਹੈ, ਆਰਟੀਕਲ 30 ਹੈ। ਅਗਰ ਇਸ ਤਰ੍ਹਾਂ ਦੀ ਕੋਈ ਪ੍ਰੈਕਟਿਸ ਹੋ ਰਹੀ ਹੈ, ਇਨ ਦੈਟ ਕੇਸ ਜਿਹੜਾ ਤੁਸੀਂ ਸੁਪਰੀਮ ਕੋਰਟ ਜਾਂ ਹਾਈ ਕੋਰਟ ਅਪਰੋਚ ਕਰ ਸਕਦੇ ਹੋ। ਔਰ ਉੱਥੇ ਅਪਰੋਚ ਕਿਵੇਂ ਕਰੋਗੇ ਕਿ ਜਿਹੜੀ ਵਾਇਓਲੇਸ਼ਨ ਆਫ ਦਾ ਆਰਟੀਕਲ 30 ਇਸ ਕੇਸ ਦੇ ਵਿੱਚ ਹੋ ਰਹੀ ਹੈ। ਸੋ ਦੋਸਤੋ ਇਹ ਆਪਣੇ ਕੋਲ ਸੀਗਾ ਆਰਟੀਕਲ 25 ਤੋਂ ਲੈ ਕੇ ਆਰਟੀਕਲ 30। ਅਗਰ ਲੈਕਚਰ ਤੁਹਾਨੂੰ ਪਸੰਦ ਆ ਰਿਹਾ ਹੈ ਤਾਂ ਲਾਈਕ ਜ਼ਰੂਰ ਕਰੋ,
ਔਰ ਜਿਹੜੇ ਸਟੂਡੈਂਟਸ ਨੇ ਨਹੀਂ ਜੁਆਇਨ ਕੀਤਾ ਚੈਨਲ ਨੂੰ ਪੋਜ਼ਿਟਿਵ ਵਾਈਬਸ ਪੰਜਾਬ, ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ, ਜੁਆਇਨ ਕਰ ਲੈਣ। ਅਗਰ ਤੁਹਾਡੀ ਕੋਈ ਫੀਡਬੈਕ ਹੈ ਜਾਂ ਤੁਹਾਡੀ ਕੋਈ ਕੁਐਰੀ ਹੈ ਤਾਂ ਤੁਸੀਂ ਇਸ ਨੰਬਰ ਤੇ ਡਾਇਰੈਕਟਲੀ WhatsApp ਵੀ ਕਰ ਸਕਦੇ ਹੋ। ਸੋ ਥੈਂਕ ਯੂ ਵੈਰੀ ਮਚ।